ਖਬਰਾਂ ਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਭ ਦਾ ਨਿੱਘਾ ਸਵਾਗਤ। ਮੈਂ ਹਾਂ ਸਤਪਾਲ ਸਿੰਘ ਜੌਲ। ਕੈਨੇਡਾ ਰੈਵਨਿਊ ਏਜੰਸੀ ਦੇ ਵੱਲੋਂ ਅਜੇ ਵੀ ਇਹ ਕਿਹਾ ਜਾਣਾ ਜਾਰੀ ਹੈ ਜੀ ਵੀ ਜਿਹੜੀ ਇਹ $5,000 ਦੀ ਇਨਕਮ ਘੱਟੋ ਘੱਟ ਨੈਟ ਹੋਣੀ ਚਾਹੀਦੀ ਸੀ 2019 ਦੇ ਦੌਰਾਨ ਜਾਂ 1 ਸਾਲ ਪਹਿਲਾਂ ਜਦੋਂ CERB ਅਪਲਾਈ ਕੀਤਾ। ਤੇ ਵੀ ਇਸ ਸਿਲਸਿਲੇ ਦੇ ਵਿੱਚ ਪਤਾ ਲੱਗ ਰਿਹਾ ਵੀ ਕੈਨੇਡਾ ਦੇ ਵਿੱਚ 5 ਲੱਖ ਦੇ ਕਰੀਬ ਲੋਕ ਜਿਹੜੇ ਆ ਵੀ ਉਹ ਅਫੈਕਟਡ ਨੇ, ਪ੍ਰਭਾਵਿਤ ਨੇ, ਜਿਨ੍ਹਾਂ ਨੂੰ ਕਿ CRA ਦੀਆਂ ਇਹ $14,000 ਤੱਕ ਦੀ ਜਿਹੜੀ CERB ਦੀ ਅਮਾਉਂਟ ਸੀ ਉਹ ਰਿਟਰਨ ਕਰਨ ਦੇ ਲਈ ਚਿੱਠੀਆਂ ਜਿਹੜੀਆਂ ਉਹ ਪਾਈਆਂ ਜਾ ਰਹੀਆਂ। ਤੇ ਇਸੇ ਦੌਰਾਨ ਫਿਰ ਤੁਹਾਨੂੰ ਸਮਝਾਇਆ ਸੀ ਜਾਂ ਦੱਸਿਆ ਸੀ, ਬੇਨਤੀ ਕੀਤੀ ਸੀ, ਜਿਸ ਤਰ੍ਹਾਂ ਕਿ ਟੈਕਸ ਲਾਇਰਸ ਆ ਜਿਹੜੇ ਉਹ ਦੱਸਦੇ ਆ ਕੈਨੇਡਾ ਦੇ ਵਿੱਚ ਕਿ ਵੀ ਜੇ ਤੁਸੀਂ ਆਪਣਾ 2019 ਦੀ ਟੈਕਸ ਰਿਟਰਨ ਨੂੰ ਅਮੈਂਡ ਕਰ ਲਓ ਫਾਰਮ T1ADJ ਦੇ ਨਾਲ, ਆਪਣੇ ਖਰਚੇ ਜਿਹੜੇ ਕਲੇਮ ਕੀਤੇ ਆ ਵੀ ਉਹ ਤੁਸੀਂ ਕਹਿ ਦਿਓ ਵੀ ਅਸੀਂ ਨਹੀਂ ਕਲੇਮ ਕਰਨੇ, ਤੇ ਇਹਦੇ ਨਾਲ ਜੇ ਇਨਕਮ ਤੁਹਾਡੀ $5,000 ਦੀ ਉਹ ਪੂਰੀ ਹੋ ਜਾਂਦੀ ਆ ਤੇ ਫਿਰ ਤੁਹਾਨੂੰ CERB ਦਾ ਲਿਆ ਹੋਇਆ ਪੈਸਾ ਜਿਹੜਾ ਉਹ ਸਰਕਾਰ ਨੂੰ ਵਾਪਸ ਨਹੀਂ ਕਰਨਾ ਪਏਗਾ। ਕੌਂਸਲੇਟ ਜਨਰਲ ਆਫ ਇੰਡੀਆ ਟੋਰਾਂਟੋ ਤੋਂ ਸਾਨੂੰ ਇਹ ਖਬਰ ਪ੍ਰਾਪਤ ਹੋ ਰਹੀ ਹੈ ਵੀ 6,000 ਦੇ ਕਰੀਬ ਜਿਹੜੇ ਲਾਈਫ ਸਰਟੀਫਿਕੇਟਸ ਹਨ ਇਹ ਆਲਰੇਡੀ ਇਸ਼ੂ ਕੀਤੇ ਜਾ ਚੁੱਕੇ ਆ। ਤੇ ਜਿਹੜਾ ਕਿ ਇੰਡੀਅਨ ਪੈਨਸ਼ਨਰਸ ਨੂੰ ਇਹ ਲਾਈਫ ਸਰਟੀਫਿਕੇਟ ਦਿੱਤਾ ਜਾਂਦਾ, ਇਸ ਦੇ ਬਾਰੇ ਦੱਸਿਆ ਗਿਆ ਜੀ ਵੀ ਇਹ ਇੱਕ ਤੇ ਫ੍ਰੀ ਸਰਵਿਸ ਹੈ, ਤੁਹਾਨੂੰ ਪਤਾ ਹੀ ਹੈ, ਤੇ ਦੂਸਰਾ ਇਹ ਹੈ ਜੀ ਵੀ ਇਹ ਡਾਕ ਰਾਹੀਂ ਅਜੇ ਵੀ ਲਿਆ ਜਾ ਸਕਦਾ। WhatsApp ਤੇ ਆਪਣੀ ਵੀਡੀਓ ਦੇ ਰਾਹੀਂ ਜੋ ਹੈ ਆਇਡੈਂਟੀਫਿਕੇਸ਼ਨ ਕਰਵਾ ਕੇ ਸੀਨੀਅਰਸ ਨੂੰ ਲਾਈਫ ਸਰਟੀਫਿਕੇਟ ਮਿਲ ਸਕਦਾ, ਜਿਨ੍ਹਾਂ ਦੀ ਕਿ ਇੰਡੀਆ ਦੇ ਵਿੱਚ ਪੈਨਸ਼ਨ ਹੈ। ਇਸ ਦੇ ਨਾਲ 31 ਦਸੰਬਰ ਤੱਕ ਜਿਹੜੀ ਇਹ ਡੈਡਲਾਈਨ ਹੈ, ਇਸ ਡੈਡਲਾਈਨ ਨੂੰ ਵਧਾਉਣ ਦੇ ਲਈ ਵੀ ਕੋਸ਼ਿਸ਼ਾਂ ਜਾਰੀ ਨੇ ਕਿ ਪੈਨਸ਼ਨਰਸ ਨੂੰ COVID-19 ਕਰਕੇ ਮੁਸ਼ਕਲ ਇਸ ਵਾਰ ਜ਼ਿਆਦਾ ਆਈ ਆ। 31 ਜਨਵਰੀ ਤੱਕ ਐਟਲੀਸਟ ਜਿਹੜਾ ਮੌਕਾ ਦਿੱਤਾ ਜਾਵੇ ਕਿ ਪੈਨਸ਼ਨਰ ਜਿਹੜਾ ਆਪਣਾ ਲਾਈਫ ਸਰਟੀਫਿਕੇਟ ਅਗਲੇ ਸਾਲ ਵੀ ਉਹ ਸਬਮਿਟ ਕਰਵਾ ਸਕਣ। ਕੌਂਸਲ ਧੀਰਜ ਪਾਰੀਕ ਨੇ ਦੱਸਿਆ ਸੀਗਾ ਇੰਡੀਅਨ ਕੌਂਸਲੇਟ ਤੋਂ ਕਿ ਜਿਹੜਾ ਐਮਰਜੈਂਸੀ ਵੀਜ਼ਾ ਜੀ ਵੀ ਉਹ ਲੋਕਾਂ ਨੂੰ ਦਿੱਤਾ ਜਾ ਰਿਹਾ ਬਿਨਾਂ ਕਿਸੇ ਮੁਸ਼ਕਲ ਤੋਂ, ਵੀ ਜੇ ਕਿਸੇ ਨੂੰ ਅਰਜੈਂਟ ਕੋਈ ਐਮਰਜੈਂਸੀ ਹੈ, ਕੋਈ ਡੈਥ ਕੇਸ ਹੋ ਗਿਆ, ਵੀ 1-2 ਦਿਨਾਂ ਦੇ ਵਿੱਚ ਹੀ ਇੰਡੀਆ ਜਾਣਾ ਤੇ ਆਪਣੇ ਡਾਕੂਮੈਂਟ ਜਿਹੜੇ ਸਿੱਧੇ ਸਬਮਿਟ ਕਰਕੇ ਇੰਡੀਅਨ ਕੌਂਸਲੇਟ ਦੇ ਨਾਲ ਜਿਹੜਾ ਐਮਰਜੈਂਸੀ ਵੀਜ਼ਾ ਲਿਆ ਜਾ ਸਕਦਾ। ਤੇ ਜੇ ਕਿਸੇ ਦੀ ਆਮ ਐਮਰਜੈਂਸੀ ਹੋਵੇ ਵੀ ਬਿਮਾਰੀ ਕਰਕੇ ਜਾਂ ਕੋਈ ਆਮ ਜਿਹੜੇ ਰੀਜ਼ਨ ਚੱਲਦੇ ਨੇ ਪਰਿਵਾਰਾਂ ਦੇ ਵਿੱਚ ਵੀ ਉਹਦੇ ਕਰਕੇ ਇੰਡੀਆ ਜਾਣਾ ਜ਼ਰੂਰੀ ਹੈ ਕਿਸੇ ਰਿਸ਼ਤੇਦਾਰ ਨੂੰ ਦੇਖਣ ਵਾਸਤੇ, ਮਿਲਣ ਵਾਸਤੇ, ਤੇ ਉਸ ਰੈਗੂਲਰ ਐਮਰਜੈਂਸੀ ਵਾਸਤੇ BLS ਆਫਿਸ ਦੇ ਰਾਹੀਂ ਜੋ ਹੈ ਭਾਰਤ ਦਾ ਐਮਰਜੈਂਸੀ ਵੀਜ਼ਾ ਲਿਆ ਜਾ ਸਕਦਾ ਹੈ ਜੀ। ਤੇ ਦੂਸਰਾ ਇਹ ਹੈ ਜੀ ਜਿਹੜਾ ਇਹ ਕਿਹਾ ਜਾ ਰਿਹਾ ਸੀਗਾ ਵੀ ਲੋਕਲ ਜਿਹੜੇ ਡੈਮੋਨਸਟ੍ਰੇਸ਼ਨਸ ਹੋ ਰਹੇ ਨੇ ਸ਼ਾਇਦ ਵੀ ਉਹਦੇ ਕਰਕੇ ਲੋਕਾਂ ਨੂੰ ਐਮਰਜੈਂਸੀ ਵੀਜ਼ੇ ਦੇਣੇ ਬੰਦ ਕਰ ਦਿੱਤੇ ਗਏ ਆ। ਤੇ ਜਦੋਂ ਇਹ ਸਵਾਲ ਕੱਲ ਕੌਂਸਲ ਧੀਰਜ ਪਾਰੀਕ ਉਹਨਾਂ ਨੂੰ ਮੈਂ ਪੁੱਛਿਆ ਵੀ ਤੁਸੀਂ ਕੀ ਐਮਰਜੈਂਸੀ ਵੀਜ਼ੇ ਇਸ ਕਰਕੇ ਨਹੀਂ ਦੇ ਰਹੇ ਵੀ ਡੈਮੋਨਸਟ੍ਰੇਸ਼ਨਸ ਹੋ ਰਹੇ ਆ, ਉਹਨਾਂ ਨੇ ਕਿਹਾ ਜੀ ਵੀ ਇਹੋ ਜਿਹੀ ਕੋਈ ਸਿਚੁਏਸ਼ਨ ਨਹੀਂ ਹੈ, ਜੇ ਕਿਸੇ ਨੂੰ ਐਮਰਜੈਂਸੀ ਹੋਵੇ ਤੇ ਆਮ ਵੀਜ਼ੇ ਦਿੱਤੇ ਜਾ ਰਹੇ ਨੇ, ਪਰ ਜਿਹੜਾ ਟੂਰਿਸਟ ਤੇ ਵੀਜ਼ਾ ਇਹ ਭਾਰਤ ਸਰਕਾਰ ਦੇ ਵੱਲੋਂ ਅਜੇ ਵੀ ਸਸਪੈਂਡ ਹੈ, ਮੁਅੱਤਲ ਹੈ, ਸੋ ਨਹੀਂ ਬਹਾਲ ਕੀਤਾ ਗਿਆ। ਤੇ ਨਾ ਹੀ ਜਿੰਨਾ ਚਿਰ COVID-19 ਦੀ ਸਿਚੁਏਸ਼ਨ ਜਿਹੜੀ ਨਾਰਮਲ ਹੋਏਗੀ ਉਹਨਾਂ ਚਿਰ ਇਹ ਵੀਜ਼ਾ ਭਾਰਤ ਦਾ ਟੂਰਿਸਟ ਹੈ ਦੁਬਾਰਾ ਮਿਲਣਾ ਸ਼ੁਰੂ ਹੋਣ ਦੀ ਹਜੇ ਸੰਭਾਵਨਾ ਹੈਗੀ ਆ। ਕੈਨੇਡਾ ਦੇ ਵਿੱਚ ਨਵੇਂ ਇਮੀਗ੍ਰੈਂਟ ਆਉਣੇ ਜਾਰੀ ਨੇ, ਪਰ ਗਿਣਤੀ ਪਿਛਲੇ ਸਾਲ ਨਾਲੋਂ ਕਾਫੀ ਘਟੀ ਹੋਈ ਹੈ, ਅੱਧੀ ਰਹਿ ਗਈ ਹੈ ਤਕਰੀਬਨ। ਜਿਸ ਤਰ੍ਹਾਂ ਕਿ ਅਕਤੂਬਰ 2020 ਦੇ ਵਿੱਚ 15,000 ਦੇ ਕਰੀਬ ਨਵੇਂ ਇਮੀਗ੍ਰੈਂਟ ਜਿਹੜੇ ਕੈਨੇਡਾ ਦੇ ਵਿੱਚ ਲੈਂਡ ਕਰ ਸਕੇ, ਤੇ ਇਹ ਨੰਬਰ ਸਤੰਬਰ ਦੇ ਵਿੱਚ ਵੀ ਇੰਨਾ ਕੀ ਸੀਗਾ, 15,000 ਹੀ ਨਵੇਂ ਲੋਕ ਆ ਸਕੇ ਸੀਗੇ। ਕਰੋਨਾ ਵਾਇਰਸ ਤੋਂ ਪਹਿਲਾਂ ਇੱਕ ਦਿਨ ਦੇ ਵਿੱਚ ਹੀ 1,000 ਦੇ ਕਰੀਬ ਜਿਹੜੇ ਨਵੇਂ ਇਮੀਗ੍ਰੈਂਟ ਆ ਉਹ ਕੈਨੇਡਾ ਦੀਆਂ ਵੱਖ-ਵੱਖ ਏਅਰਪੋਰਟਸ ਤੇ ਲੈਂਡ ਕਰ ਜਾਂਦੇ ਸੀ। ਜਿਸ ਤਰ੍ਹਾਂ ਕਿ ਪਿਛਲੇ ਸਾਲ ਅਕਤੂਬਰ ਮਹੀਨੇ 'ਚ 31,000 ਤੋਂ ਜ਼ਿਆਦਾ ਨਵੇਂ ਇਮੀਗ੍ਰੈਂਟ ਜਿਹੜੇ ਲੈਂਡ ਕਰ ਗਏ ਸੀਗੇ। ਤੇ ਜੀ ਪਈ ਇਹ ਹੁਣ ਜੋ ਇਸ ਸਾਲ ਦੇ ਵਿੱਚ ਸਿਚੁਏਸ਼ਨ ਹੈ, ਇਹਦੇ ਨਾਲ ਲੱਗ ਰਿਹਾ ਕਿ 2020 ਦੇ ਵਿੱਚ ਕੈਨੇਡਾ 2 ਲੱਖ ਤੋਂ ਵੀ ਘੱਟ ਜਿਹੜੇ ਆ ਉਹ ਨਵੇਂ ਇਮੀਗ੍ਰੈਂਟ ਕੈਨੇਡਾ ਲਿਆ ਸਕੇਗਾ, ਜਦ ਕਿ ਪਿਛਲੇ ਸਾਲ 2019 ਦੇ ਵਿੱਚ 365 ਦਿਨਾਂ ਦੇ ਦੌਰਾਨ 3,41,000 ਨਵੇਂ ਇਮੀਗ੍ਰੈਂਟ ਜਿਹੜੇ ਆ ਜੀ ਪੀ ਉਹ ਕੈਨੇਡਾ ਦੇ ਵਿੱਚ ਐਂਟਰ ਕਰ ਗਏ ਸੀਗੇ, ਲੈਂਡ ਕਰ ਗਏ ਸੀ। ਇਸੇ ਦੌਰਾਨ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਜੋ ਕੈਨੇਡਾ ਦਾ, ਉਹਨਾਂ ਦੇ ਵੱਲੋਂ ਇਮੀਗ੍ਰੇਸ਼ਨ ਦੀਆਂ ਐਪਲੀਕੇਸ਼ਨਸ ਨਵੀਆਂ ਲਈਆਂ ਵੀ ਜਾ ਰਹੀਆਂ ਨੇ ਤੇ ਉਹਨਾਂ ਤੇ ਕੰਮ ਵੀ ਕੀਤਾ ਜਾ ਰਿਹਾ। ਇੱਕ ਹੋਰ ਦੱਸਦੀ ਹੈ ਜੀ ਵੀ ਮੈਂ ਪੁੱਛਿਆ ਸੀਗਾ ਭਾਰਤ ਦੀ ਐਮਬੈਸੀ ਤੋਂ ਵੀ, ਇਹ ਇਸ ਵੇਲੇ ਸੀਜ਼ਨ ਸਰਦੀ ਦਾ ਜਦੋਂ ਆਉਂਦਾ, ਲੋਕਾਂ ਨੇ ਭਾਰਤ ਜਾਣਾ ਹੁੰਦਾ ਵਿਦੇਸ਼ਾਂ ਤੋਂ, ਤੇ ਤੁਸੀਂ ਸਲਾਹ ਕੀ ਦਿੰਦੇ ਹੋ ਲੋਕਾਂ ਨੂੰ ਕਿ ਵੀ ਉਹਨਾਂ ਨੂੰ ਭਾਰਤ ਜਾਣਾ ਚਾਹੀਦਾ ਕਿ ਨਹੀਂ, ਤੇ ਜੇ ਨਹੀਂ ਜਾਣਾ ਚਾਹੀਦਾ ਤੇ ਕਿੰਨੀ ਕੁ ਦੇਰ ਨਹੀਂ ਜਾਣਾ ਚਾਹੀਦਾ ਹੱਲੇ। ਤੇ ਇਹ ਦੱਸਿਆ ਗਿਆ ਜੀ ਵੀ ਬਿਲਕੁਲ ਇਹ ਜੋ ਸਿਚੁਏਸ਼ਨ ਆ ਭਾਰਤ ਦੇ ਵਿੱਚ ਵੀ ਕੋਈ ਬਹੁਤੀ ਵਧੀਆ ਨਹੀਂ ਹੈਗੀ। COVID-19 ਦੇ ਸਿਲਸਿਲੇ ਦੇ ਵਿੱਚ ਰੋਜ਼ਾਨਾ ਡੈਥਸ ਹੋ ਰਹੀਆਂ ਨੇ, ਨਵੇਂ ਕੇਸਿਸ ਆ ਰਹੇ ਨੇ, ਕੈਨੇਡਾ ਦੇ ਵਿੱਚ ਵੀ ਇਦਾਂ ਹੀ ਆ, ਅਮਰੀਕਾ 'ਚ ਵੀ ਇਦਾਂ ਹੀ ਆ, ਬਹੁਤ ਸਾਰੇ ਦੇਸ਼ਾਂ 'ਚ ਹੋਰ ਵੀ। ਤੇ ਵੀ ਅਗਲੇ 3 ਤੋਂ ਲੈ ਕੇ 6 ਮਹੀਨਿਆਂ ਤੱਕ ਜੇ ਭਾਰਤ ਜਾਣ ਦਾ ਪ੍ਰੋਗਰਾਮ ਅੱਗੇ ਪਾ ਲਿਆ ਜਾਵੇ ਤੇ ਇਹ ਚੰਗਾ। ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਪਹਿਲਾਂ ਹੀ ਕਹਿ ਚੁੱਕੇ ਨੇ ਲੋਕਾਂ ਨੂੰ ਕਿ ਜੇ ਕੈਨੇਡਾ ਦੇ ਵਿੱਚ ਜਿਹੜੇ ਲੋਕ ਹਨ ਉਹ ਕੈਨੇਡਾ ਛੱਡ ਕੇ ਹਾਲ ਦੀ ਘੜੀ ਜੇ ਨਾ ਕਿਤੇ ਜਾਣ ਤੇ ਉਹ ਜ਼ਿਆਦਾ ਸੇਫ ਰਹੇਗਾ। ਇਹਦੇ ਨਾਲ ਹੀ ਵਿਦੇਸ਼ੀਆਂ ਦਾ ਜੋ ਕੈਨੇਡਾ ਦੇ ਵਿੱਚ ਦਾਖਲਾ ਹੈ ਉਹ ਵੀ ਤੁਹਾਨੂੰ ਪਤਾ ਵੀ 21 ਜਨਵਰੀ 2021 ਤੱਕ ਮਨਾ ਕੀਤਾ ਹੋਇਆ ਕਿ ਕੋਈ ਵੀ ਵਿਦੇਸ਼ੀ ਬਿਨਾਂ ਕੋਈ ਜਿੰਨਾ ਚਿਰ ਖਾਸ ਕੰਮ ਨਹੀਂ ਹੈ, ਇੱਥੇ ਕੋਈ ਘੁੰਮਣ ਫਿਰਨ ਜਾਂ ਨੌਨ ਐਸੈਂਸ਼ੀਅਲ ਪਰਪਸ ਵਾਸਤੇ ਨਹੀਂ ਐਂਟਰ ਹੋ ਸਕਦੇ ਹਨ। ਪਿਛਲੇ ਦਿਨਾਂ ਤੋਂ ਅਸੀਂ ਤੁਹਾਨੂੰ ਦੱਸਦੇ ਆ ਰਹੇ ਹਾਂ ਕਿ ਜੋ
ਗੁਰੂ ਨਾਨਕ ਐਮਰਜੈਂਸੀ ਡਿਪਾਰਟਮੈਂਟ ਹੈ ਬਰੈਂਪਟਨ ਹਸਪੀਟਲ ਦਾ, ਉਸ ਦੇ ਵਿੱਚ ਸਾਈਨ ਨਵਾਂ ਲੱਗਣਾ 3 ਸਾਲ ਦੀ ਮਿਹਨਤ ਤੋਂ ਬਾਅਦ। ਇਹ ਜੋ ਗੁਰਪੁਰਬ ਦੇ ਮੌਕੇ ਤੇ ਨਵਾਂ ਸਾਈਨ ਹੈ, ਇਹ ਸੰਗਤਾਂ ਨੂੰ ਦਿਖਾਇਆ ਗਿਆ ਸੀ, ਉਸ ਦਾ ਉਦਘਾਟਨ ਕੀਤਾ ਗਿਆ ਸੀਗਾ। ਤੇ ਹੁਣ ਲੇਕਿਨ ਕਿ ਐਮਰਜੈਂਸੀ ਡਿਪਾਰਟਮੈਂਟ ਦੀ ਮੇਨ ਐਂਟਰੈਂਸ ਦੇ ਉੱਪਰ ਜੋ ਕਹਿ ਲਓ ਵੀ ਆਪਾਂ ਪੈਰਾਂ ਤੋਂ ਚੁੱਕ ਕੇ ਸਿਰਾਂ ਤੇ ਰੱਖਣਾ ਉਸ ਸਾਈਨ ਨੂੰ, ਉਸ ਸਿਲਸਿਲੇ ਦੇ ਵਿੱਚ ਆਖਰੀ ਜਿਹੜੀ ਕਾਰਵਾਈ ਕਹਿ ਲਓ ਵੀ ਸਾਈਨ ਨੂੰ ਇੰਸਟਾਲ ਕਰਨ ਦੀ, ਉੱਥੇ ਲਗਾਉਣ ਦੀ ਜਿਹੜੀ ਰਸਮੀ ਕਾਰਵਾਈ ਆ, ਉਹ ਆਉਣ ਵਾਲੇ ਮਾਰਚ ਮਹੀਨੇ ਅਪ੍ਰੈਲ ਮਹੀਨੇ ਦੇ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ, ਕਿਉਂਕਿ ਹਾਲ ਦੀ ਘੜੀ ਜਿਹੜਾ ਇਹ ਕੋਵਿਡ-19 ਦੀ ਸਿਚੁਏਸ਼ਨ ਕਰਕੇ ਇਹ ਪ੍ਰੋਜੈਕਟ ਵੀ ਥੋੜਾ ਜਿਹਾ ਅੱਗੇ ਪੈ ਗਿਆ। ਪਰ ਆਪਣਾ ਜੋ ਸਾਈਨ ਹੈ ਨਵਾਂ ਜੀ, ਉਹ ਬਿਲਕੁਲ ਤਿਆਰ ਬਰ ਤਿਆਰ ਹੈ ਤੇ ਗੁਰਪੁਰਬ ਦੇ ਮੌਕੇ ਤੇ ਸੰਗਤਾਂ ਨੂੰ ਦਿਖਾਇਆ ਵੀ ਗਿਆ ਸੀਗਾ। ਤੇ ਨਵਾਂ ਸਾਈਨ ਹੈ ਜਿਹੜਾ ਅਗਲੇ ਸਾਲ ਕਹਿ ਲਓ ਵੀ ਅਗਲੇ 4-5 ਮਹੀਨਿਆਂ ਦੇ ਵਿੱਚ ਉਹ ਲੱਗ ਜਾਣ ਦੀ ਸੰਭਾਵਨਾ ਹੈ। ਉਸ ਬਾਰੇ ਫਿਰ ਇੱਕ ਨਵੀਂ ਹੋਰ ਰਸਮ ਵੀ ਉਦਘਾਟਨ ਦੀ ਕੀਤੀ ਜਾਏਗੀ, ਜਿਸ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਉੱਥੇ ਜਾਣ ਦਾ ਮੌਕਾ ਮਿਲ ਸਕਦਾ ਜੀ। ਇੱਕ ਖਬਰ ਇਹ ਇੰਗਲੈਂਡ ਤੋਂ ਆਈ ਆ ਕਿ ਬਰਤਾਨੀਆ ਦੇ ਉੱਥੋਂ ਦੇ ਯੂਨਾਈਟਿਡ ਕਿੰਗਡਮ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ, ਉਹਨਾਂ ਨੇ ਭਾਰਤ ਦੀ ਸਰਕਾਰ ਦਾ ਇਹ ਸੱਦਾ ਪ੍ਰਵਾਨ ਕਰ ਲਿਆ ਕਿ ਵੀ ਉਹ ਰਿਪਬਲਿਕ ਡੇ ਜੋ ਗਣਤੰਤਰ ਦਿਵਸ ਭਾਰਤ ਦਾ ਆ ਰਿਹਾ 26 ਜਨਵਰੀ ਨੂੰ, ਵੀ ਉਸ ਪਰੇਡ ਦੇ ਵਿੱਚ ਮੁੱਖ ਮਹਿਮਾਨ ਹੋਣਗੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ। ਤੇ ਉਹਨਾਂ ਨੇ ਇਹ ਇਨਵੀਟੇਸ਼ਨ ਖੁਸ਼ੀ ਨਾਲ ਇੱਕ ਤੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਐਕਸੈਪਟ ਕੀਤਾ ਤੇ ਨਾਲ ਉਹਨਾਂ ਨੇ ਕਿਹਾ ਜੀ ਵੀ ਇਹਦੇ ਨਾਲ ਜਿਹੜਾ ਦੋਵਾਂ ਦੇਸ਼ਾਂ ਦੇ ਸੰਬੰਧ ਨੇ ਉਹ ਇੱਕ ਨਵੇਂ ਈਰਾ ਦੇ ਵਿੱਚ ਦਾਖਲ ਹੋ ਜਾਣਗੇ। ਕੈਨੇਡਾ ਦੇ ਵਿੱਚ ਜੋ ਫਾਈਜ਼ਰ ਦੀ ਨਵੀਂ ਇਹ ਕਰੋਨਾ ਵਾਇਰਸ ਦੀ ਦਵਾਈ ਪਹੁੰਚੀ ਆ, ਉਹਦੇ ਵਿੱਚੋਂ 6000 ਡੋਜ਼ਸ ਜਿਹੜੀਆਂ ਓਨਟਾਰੀਓ ਨੂੰ ਮਿਲ ਚੁੱਕੀਆਂ। ਹੈਲਥ ਕੇਅਰ ਵਰਕਰਸ ਨੇ ਵੀ ਉਹਨਾਂ ਨੂੰ ਇਹ ਡੋਜ਼ਸ ਲਗਾਏ ਜਾਣ ਦਾ ਜੋ ਪ੍ਰੋਗਰਾਮ ਹੈ ਉਹ ਚੱਲ ਰਿਹਾ ਹੈ ਟੋਰਾਂਟੋ ਦੇ ਵਿੱਚ ਤੇ ਓਟਾਵਾ ਦੇ ਵਿੱਚ। ਓਨਟਾਰੀਓ ਦੇ ਵਿੱਚ ਕੋਈ 2000 ਤੋਂ ਥੋੜੇ ਜਿਹੇ ਘੱਟ ਜਿਹੜੇ ਨਵੇਂ ਪੇਸ਼ੈਂਟ ਉਹ ਕੱਲ੍ਹ ਰਿਪੋਰਟ ਕੀਤੇ ਗਏ ਸੀਗੇ ਤੇ ਇਸ ਦੇ ਨਾਲ ਹੀ 23 ਜਿਹੜੀਆਂ ਉਹ ਪ੍ਰੋਵਿੰਸ ਦੇ ਵਿੱਚ ਨਵੀਆਂ ਮੌਤਾਂ ਵੀ ਹੋਈਆਂ ਸੀਗੀਆਂ ਕਰੋਨਾ ਵਾਇਰਸ ਕਰਕੇ ਹੀ। ਕਿਊਬੈਕ ਦੇ ਵਿੱਚ ਵੀ ਜੀ ਵੀ ਕਹਿ ਲਓ 1600 ਦੇ ਕਰੀਬ ਜਿਹੜੇ ਨਵੇਂ ਪੇਸ਼ੈਂਟ ਹੈ, 1620 ਇਹ ਨਵੇਂ ਦੱਸੇ ਗਏ ਸੀਗੇ ਤੇ 25 ਮੌਤਾਂ ਕਿਊਬੈਕ ਪ੍ਰੋਵਿੰਸ ਦੇ ਵਿੱਚ ਵੀ ਕਰੋਨਾ ਵਾਇਰਸ ਕਰਕੇ ਹੀ ਕੱਲ੍ਹ ਰਿਪੋਰਟ ਕੀਤੀਆਂ ਗਈਆਂ ਸੀਗੀਆਂ। ਓਨਟਾਰੀਓ ਦੇ ਵੱਲੋਂ ਜੀ ਬਕਾਇਦਾ ਤੌਰ ਤੇ ਕਰੋਨਾ ਵਾਇਰਸ ਜਿਸ ਵੇਲੇ ਮਾਰਚ ਦੇ ਵਿੱਚ ਸ਼ੁਰੂ ਹੋਇਆ ਸੀ ਇਹ ਤੇ ਅਨਾਉਂਸ ਕੀਤਾ ਗਿਆ ਸੀਗਾ ਵੀ ਜਿਹੜੇ ਵੀ ਵਿਦੇਸ਼ੀ ਲੋਕ ਬਾਹਰਲੇ ਮੁਲਕਾਂ ਤੋਂ ਇੱਥੇ ਆਏ ਹੋਏ ਨੇ ਉਹਨਾਂ ਦਾ ਕਰੋਨਾ ਵਾਇਰਸ ਦਾ ਟੈਸਟ ਹੈ ਜਿਹੜਾ ਮੁਫਤ ਕੀਤਾ ਜਾਊਗਾ। ਹੁਣ ਲੇਕਿਨ ਕਿ ਆਪਣਾ ਮਨ ਇਹ 11 ਦਸੰਬਰ ਨੂੰ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਬਦਲ ਲਿਆ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਇੰਟਰਨੈਸ਼ਨਲ ਇਹ ਟਰੈਵਲਰਸ ਹਨ ਅਜੇ ਵੀ ਕੈਨੇਡਾ ਦੇ ਵਿੱਚ ਨੇ ਤੇ ਉਹਨਾਂ ਦਾ ਹੁਣ ਟੈਸਟ ਜਿਹੜਾ ਅਸੀਂ ਮੁਫਤ ਨਹੀਂ ਕਰਾਂਗੇ। ਘੱਟੋ ਘੱਟ ਜਿਹੜਾ ਸਰਕਾਰ ਨੂੰ ਇਹ ਟੈਸਟ ਆ ਨਾ ਵੀ ਇਹ $48 ਦੇ ਵਿੱਚ ਕੋਸਟ ਕਰਦਾ, ਜਿਹੜਾ ਕਿ ਹੁਣ ਮੁਫਤ ਨਹੀਂ ਦਿੱਤਾ ਜਾਣਾ। ਸੋ ਜਿਹੜੇ ਲੋਕ ਓਨਟਾਰੀਓ ਦੇ ਵਸਨੀਕ ਨਹੀਂ ਹਨ ਕਹਿ ਲਓ ਜਾਂ ਕੈਨੇਡਾ ਦੇ ਵਸਨੀਕ ਨਹੀਂ ਨੇ, ਵਿਦੇਸ਼ਾਂ ਤੋਂ ਆਏ ਹੋਏ ਨੇ, ਸੋ 11 ਦਸੰਬਰ ਤੋਂ ਉਹਨਾਂ ਦਾ ਟੈਸਟ ਜਿਹੜਾ ਮੁਫਤ ਨਹੀਂ ਹੋ ਸਕਣਾ ਕੋਵਿਡ-19 ਦਾ। ਤੇ ਜੇ ਇੱਕ ਜਿਹੜਾ ਤੁਸੀਂ ਟੈਸਟ ਕਰਾਉਣ ਜਾਓ ਨਾ ਸ਼ੌਪਰਜ਼ ਡਰੱਗ ਮਾਰਟ ਤੋਂ, ਵੀ ਇਹ $199 ਪਲੱਸ ਟੈਕਸ ਉਹ ਤੁਹਾਨੂੰ ਚਾਰਜ ਕਰ ਸਕਦੇ ਨੇ। $224 ਜਿਹੜੇ ਵੀ ਇੱਕ ਟੈਸਟ ਦੇ ਲੱਗ ਸਕਦੇ ਆ, ਜਿਹੜਾ ਕਿ ਹੁਣ ਤੱਕ ਮੁਫਤ ਸੀਗਾ, 11 ਦਸੰਬਰ ਤੋਂ ਬਾਅਦ ਅਜਿਹਾ ਨਹੀਂ ਰਿਹਾ। ਪੰਜਾਬ ਤੋਂ ਦਿੱਲੀ ਤੋਂ ਇੱਕ ਮਾੜੀ ਖਬਰ ਇਹ ਆ ਰਹੀ ਆ ਕਿ ਉੱਥੇ ਜੀ ਵੀ ਤੁਹਾਨੂੰ ਪਤਾ ਕਿਸਾਨਾਂ ਦੀ ਹਾਈਵੇ ਦੇ ਉੱਤੇ ਕਾਫੀ ਆਵਾਜਾਈ ਆ, ਕੋਈ ਆ ਰਹੇ ਨੇ ਪੰਜਾਬ ਨੂੰ ਵਾਪਸ ਦਿੱਲੀ ਤੋਂ, ਕੋਈ ਦਿੱਲੀ ਵੱਲ ਨੂੰ ਪੰਜਾਬ ਤੋਂ ਜਾ ਰਹੇ ਨੇ, ਪਰ ਇਸੇ ਦੌਰਾਨ ਹਾਈਵੇ ਤੇ ਜੀ ਵੀ ਮਾਰੂ ਐਕਸੀਡੈਂਟ ਵੀ ਵਾਪਰ ਰਹੇ ਨੇ। ਸੋ ਪਿਛਲੇ 24 ਘੰਟਿਆਂ ਦੇ ਦੌਰਾਨ 2 ਮਾਰੂ ਐਕਸੀਡੈਂਟ ਜਿਹੜੇ ਆ ਜੀ ਵੀ ਉਹ ਵਾਪਰੇ ਨੇ। ਇੱਕ ਤੇ ਕਰਨਾਲ ਦੇ ਲਾਗੇ ਟਰੈਕਟਰ ਟਰਾਲੀ ਦੇ ਵਿੱਚ ਟਰੱਕ ਵੱਜਾ ਤੇ ਉਸ ਦੇ ਵਿੱਚ 2 ਕਿਸਾਨਾਂ ਦੀ ਮੌਤ ਹੋ ਗਈ ਆ। ਇੱਕ ਤੇ ਨੌਜਵਾਨ ਮੁੰਡਾ ਹੀ ਸੀਗਾ 24 ਸਾਲ ਦਾ ਤੇ ਉਹਨਾਂ ਦੇ ਨਾਲ 65 ਸਾਲ ਦੇ ਵਿਅਕਤੀ ਤੇ 4 ਲੋਕ ਉਸ ਐਕਸੀਡੈਂਟ 'ਚ ਫੱਟੜ ਹੋਏ ਨੇ। ਪਰ ਆਮ ਤੌਰ ਤੇ ਤੁਹਾਨੂੰ ਪਤਾ ਵੀ ਇਹੋ ਜਿਹੇ ਮਾਮਲਿਆਂ 'ਚ ਟਰੱਕ ਜੇ ਇਨਵੋਲਵ ਹੋਵੇ ਤੇ ਉਹਨੂੰ ਟ੍ਰੇਨਡ ਹੀ ਏਦਾਂ ਕੀਤਾ ਹੁੰਦਾ ਉਹਦੇ ਇੰਪਲੋਇਰ ਨੇ ਵੀ ਤੂੰ ਜੇ ਟਰੱਕ ਕਿਤੇ ਵੱਜ ਗਿਆ ਤੇ ਭੱਜ ਜਾਈਂ ਬਸ, ਬਾਕੀ ਰੁਕੀ ਨਾ ਮੌਕੇ ਤੇ ਏਦਾਂ ਹੀ ਉਹਨੇ ਕੀਤਾ ਜੀ ਵੀ ਉਹ ਟਰੱਕ ਮਾਰ ਕੇ ਟਰੈਕਟਰ ਦੇ ਵਿੱਚ ਤੇ ਆਪ ਤੇ ਉੱਥੋਂ ਭੱਜ ਗਿਆ। ਤੇ ਪੁਲਿਸ ਨੇ ਵੀ ਇਹ ਦੱਸਿਆ ਵੀ ਉਹ ਸੌਂ ਗਿਆ ਲੱਗਦਾ ਸੀਗਾ ਜਿਹੜਾ ਟਰੱਕ ਆ ਕੇ ਟਰੈਕਟਰ ਦੇ ਵਿੱਚ ਸਿੱਧਾ ਹੀ ਵੱਜਾ। ਸੋ ਉਸ ਲਿਹਾਜ਼ ਨਾਲ ਡਰਾਈਵਰ ਦੀ ਤੇ ਭਾਲ ਹੈ। ਦੂਸਰਾ ਜਿਹੜਾ ਐਕਸੀਡੈਂਟ ਹੈ ਉਹ ਪੰਜਾਬ ਦੇ ਵਿੱਚ, ਦਿੱਲੀ ਤੋਂ ਦੇਖੋ ਗੱਡੀ ਪੰਜਾਬ ਪਹੁੰਚ ਗਈ, ਮੋਹਾਲੀ ਦੇ ਲਾਗੇ ਜਾ ਕੇ ਹੋਇਆ ਗੱਡੀ ਦਾ। ਉਸ ਗੱਡੀ 'ਚ ਜਿੰਨੇ ਵੀ ਲੋਕ ਸਵਾਰ ਸੀਗੇ ਜੀ ਵੀ ਉਸ ਦੇ ਵਿੱਚੋਂ 7 ਫੱਟੜ ਹੋਏ ਨੇ ਤੇ 2 ਦੀ ਮੌਕੇ ਤੇ ਮੌਤ ਹੋ ਗਈ ਹੈ। ਸੋ ਦਿੱਲੀ ਤੋਂ ਧਰਨੇ ਤੋਂ ਵਾਪਸ ਪਰਤੇ 4 ਕਿਸਾਨਾਂ ਦੀ ਮੌਤ ਇੱਕ ਦਿਨ ਦੇ ਵਿੱਚ ਹੋਈ ਹੈ ਤੇ 11 ਜ਼ਖਮੀ ਹੋਏ ਨੇ 2 ਵੱਖ-ਵੱਖ ਐਕਸੀਡੈਂਟਸ ਦੇ ਵਿੱਚ। ਦੁਨੀਆ ਭਰ ਦੇ ਵਿੱਚ ਕਰੋਨਾ ਵਾਇਰਸ ਕਰਕੇ ਕੱਲ 8500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਜੀ ਤੇ 114 ਦੇਸ਼ਾਂ ਦੇ ਵਿੱਚ ਜੇ ਨਕਸ਼ੇ ਤੇ ਨਜ਼ਰ ਮਾਰੋ 114 ਦੇਸ਼ਾਂ ਦੇ ਵਿੱਚ ਕਰੋਨਾ ਵਾਇਰਸ ਕਰਕੇ ਕੱਲ ਵੀ ਮੌਤਾਂ ਹੋਈਆਂ ਨੇ। ਜਿਸ ਤਰ੍ਹਾਂ ਅਮਰੀਕਾ ਦੇ ਵਿੱਚੋਂ ਪਤਾ ਲੱਗ ਰਿਹਾ ਜੀ ਵੀ ਇਹ ਮੌਤਾਂ 1600 ਤੋਂ ਜ਼ਿਆਦਾ ਹੋਈਆਂ ਨੇ। ਇੰਡੀਆ ਦੇ ਵਿੱਚ 353 ਲੋਕਾਂ ਦੀ ਜਾਨ ਗਈ ਆ। ਕੈਨੇਡਾ 'ਚ ਸਾਡੇ ਆਪਣੇ ਦੇਸ਼ ਦੇ ਵਿੱਚ 122 ਲੋਕਾਂ ਦੀ ਮੌਤ ਕੱਲ ਕਰੋਨਾ ਵਾਇਰਸ ਕਰਕੇ ਹੋਈ ਹੈ। ਸੋ ਆਪਣਾ ਤੁਸੀਂ ਬਚਾਅ ਰੱਖਣਾ, ਸੇਫ ਰਹਿਣਾ। ਖਬਰਾਂ ਨਾਲ ਜੁੜੇ ਸੀ, ਬਹੁਤ ਬਹੁਤ ਧੰਨਵਾਦ। ਮੈਂ ਹਾਂ ਸਤਪਾਲ ਸਿੰਘ ਜੌਹਲ।